ਹੈਲੋ ਐਂਡ ਵੈਲਕਮ ਬੈਕ ਟੂ ਮੰਜੇਰੀਅਨ ਗਾਇਸ। ਤੇ ਜੀ ਆਇਆਂ ਨੂੰ ਸਾਰਿਆਂ ਦਾ ਸਵਾਗਤ ਹੈ ਇੱਕ ਵਾਰ ਫਿਰ। ਸੋ ਜੇ ਤੁਸੀਂ ਮੇਰਾ ਪਿਛਲਾ ਵੀਡੀਓ ਵੇਖਿਆ ਹੋਣਾ ਜਿਹਦੇ ਵਿੱਚ ਮੈਂ ਗੱਲ ਕੀਤੀ ਸੀ ਕਿ ਜਿਹੜਾ ਨਿਊ ਰਿਕਰੂਟਮੈਂਟ ਪ੍ਰੋਗਰਾਮ ਜਿਹੜਾ ਲਾਂਚ ਕੀਤਾ ਸੀ ਨਿਊ ਬ੍ਰਾਂਸਵਿਕ ਪ੍ਰੋਵਿੰਸ ਨੇ, ਸੋ ਉਹਦੇ ਬਾਰੇ ਮੈਂ ਗੱਲ ਕੀਤੀ ਸੀ ਕਿ ਪ੍ਰੋਗਰਾਮ ਜਿਹੜਾ ਹੈ 11 ਜੂਨ ਤੱਕ ਉਹਦੀ ਐਕਸਪਾਇਰੀਜ਼ ਤੇ ਕੀ ਉਹਦੇ ਲਈ ਡਾਕੂਮੈਂਟਸ ਰਿਕੁਆਇਰਮੈਂਟ ਹੈ। ਸੋ ਟਰੱਕ ਸੀਰੀਜ਼ ਨੂੰ ਹੀ ਕੰਟੀਨਿਊ ਕਰਦੇ ਹੋਏ ਅੱਜ ਅਸੀਂ ਗੱਲ ਕਰਾਂਗੇ ਜੋ ਟਰੱਕਿੰਗ ਵਾਸਤੇ ਜੇ ਤੁਸੀਂ ਆਊਟਸਾਈਡ ਕੈਨੇਡਾ ਹੋ ਇਸ ਵੇਲੇ ਜਾਂ ਦੁਬਈ 'ਚੋਂ ਤੁਹਾਨੂੰ ਟਰੱਕਿੰਗ ਦਾ ਐਕਸਪੀਰੀਅੰਸ ਹੈ ਜਾਂ ਫਿਰ ਤੁਸੀਂ ਇੰਡੀਆ ਦੇ ਵਿੱਚੋਂ ਖਾਸ ਕਰਕੇ, ਸੋ ਤੁਸੀਂ ਕਿਸ ਤਰ੍ਹਾਂ ਜੋ ਹੈ ਨਾ ਜੋ ਕੈਨੇਡਾ ਆਉਣ ਦਾ ਜੋ ਡਰੀਮ ਹੈ ਜੋ ਤੁਹਾਡਾ ਸੁਪਨਾ ਹੈ ਉਹ ਕਿਸ ਤਰ੍ਹਾਂ ਤੁਸੀਂ ਪੂਰਾ ਕਰ ਸਕਦੇ ਹੋ। ਸੋ ਉਹਦੇ ਬਾਰੇ ਅੱਜ ਅਸੀਂ ਥੋੜ੍ਹੀ ਗੱਲ ਕਰਾਂਗੇ। ਖਾਸ ਕਰਕੇ ਅਸੀਂ ਗੱਲ ਕਰਾਂਗੇ ਜੋ ਇੰਪੋਰਟੈਂਟ ਡਾਕੂਮੈਂਟਸ ਜੋ ਲੱਗਦੇ ਨੇ ਟੂ ਪ੍ਰੋਸੈਸ ਯੋਰ ਫਾਈਲ, ਉਹਦੇ ਉੱਤੇ ਅਸੀਂ ਗੱਲ ਕਰਾਂਗੇ। ਸੋ ਮੈਂ ਇੱਕ ਲਿਸਟ ਬਣਾਈ ਹੋਈ ਆ। ਸੋ ਜੇ ਤੁਸੀਂ ਸੋਚ ਰਹੇ ਹੋ ਆਪਣੀ ਐਪਲੀਕੇਸ਼ਨ ਪਾਉਣ ਦੀ ਆਉਣ ਵਾਲੇ ਸਮੇਂ 'ਚ, ਸੋ ਜਾਂ ਫਿਰ ਤੁਸੀਂ ਇਹ ਸੋਚ ਰਹੇ ਹੋ ਕਿ ਤੁਸੀਂ ਕੋਈ ਏਜੰਟ ਕਰਨਾ ਨਾ ਜੋ ਤੁਹਾਨੂੰ ਹੈਲਪ ਕਰ ਸਕੇ ਤੁਹਾਡੇ ਵੀਜ਼ਾ ਪ੍ਰੋਸੈਸਿੰਗ ਦੇ ਵਿੱਚ, ਸੋ ਸਾਰਾ ਕੁਝ ਕਰਨ ਤੋਂ ਪਹਿਲਾਂ ਇਹ ਜੋ ਡਾਕੂਮੈਂਟਸ ਨੇ ਸਭ ਤੋਂ ਜ਼ਿਆਦਾ ਜੋ ਇੰਪੋਰਟੈਂਟ ਹੈ ਜੋ ਤੁਹਾਡਾ ਫਾਈਲ ਜਿਹੜੀ ਹੈ ਉਹ ਲੱਗਣੀ ਹੈ ਕਿ ਨਹੀਂ ਲੱਗਣੀ ਹੈ, ਰਿਜੈਕਟ ਹੋਣੀ ਹੈ ਜਾਂ ਅਪਰੂਵ ਹੋਣੀ ਹੈ, ਉਹ ਸਾਰਾ ਕੁਝ ਡਿਸਾਈਡ ਕਰਦਾ ਤੁਹਾਡੇ ਪੇਪਰਾਂ ਦੇ ਉੱਤੇ। ਸੋ ਕੀ ਤੁਸੀਂ ਡਾਕੂਮੈਂਟ ਪੇਪਰ ਜੋ ਹੈ ਆਪਣੇ ਸਬਮਿਟ ਕਰ ਰਹੇ ਹੋ, ਕਿਹੜੇ ਕਿਹੜੇ ਜਿਹੜੇ ਡਾਕੂਮੈਂਟਸ ਇੰਪੋਰਟੈਂਟ ਨੇ ਜੋ ਤੁਸੀਂ ਸਬਮਿਟ ਕਰਨੇ ਆ, ਸੋ ਉਹਦੇ ਬਾਰੇ ਥੋੜ੍ਹੀ ਜਿਹੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ। ਸੋ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਜੋ ਕੈਨੇਡਾ ਜਾਣ ਲਈ ਐਜ਼ ਅ ਟਰੱਕ ਡਰਾਈਵਰ ਜੋ ਨੌਕ 7511 ਹੈ ਵਿਚ ਇਜ਼ ਟਰਾਂਸਪੋਰਟੇਸ਼ਨ ਟਰੱਕ ਡਰਾਈਵਰਸ ਲਈ ਜੋ ਨੌਕ ਹੈਗੀ ਆ, ਉਹਦੇ ਲਈ ਕੋਈ ਇਸ ਤਰ੍ਹਾਂ ਦਾ ਕੋਈ ਡਾਇਰੈਕਟ ਪ੍ਰੋਗਰਾਮ ਨਹੀਂ ਹੈਗਾ ਇਨ ਕੈਨੇਡਾ, ਹੈ ਨਾ। ਸੋ ਕੋਈ ਇਸ ਤਰ੍ਹਾਂ ਜਾਂ ਤਾਂ ਪ੍ਰੋਵਿੰਸ ਨੂੰ ਜਦੋਂ ਲੋੜ ਪੈਂਦੀ ਹੈ ਤਾਂ ਉਹ ਰਿਕਰੂਟਮੈਂਟ ਡਰਾਈਵਸ ਕਰਦੇ ਨੇ ਇੰਟਰਨੈਸ਼ਨਲ, ਜਿਵੇਂ ਨਿਊ ਬ੍ਰਾਂਸਵਿਕ ਨੇ ਹੁਣੇ ਕੀਤੀ ਸੀ। ਦੈਨ ਕਦੇ ਕਦੇ ਜੋ ਮੈਨੀਟੋਬਾ ਹੈ ਉਹਨਾਂ ਦਾ ਵੀ ਇੱਕ ਰਿਕਰੂਟਮੈਂਟ ਡਰਾਈਵ ਹੁੰਦਾ। ਸੋ ਲੇਕਿਨ ਇਹ ਡਿਪੈਂਡ ਕਰਦਾ ਜਦੋਂ ਉਹਨਾਂ ਨੂੰ ਜ਼ਿਆਦਾ ਲੋਡ ਪੈਂਦੀ ਹੈ, ਟੋਟਲੀ ਡਿਪੈਂਡਸ ਔਨ ਜੋ ਉਸ ਪ੍ਰੋਵਿੰਸ 'ਚ ਕਿਸ ਤਰ੍ਹਾਂ ਦੀ ਡਿਮਾਂਡ ਆ, ਸਪਲਾਈ ਕਿਸ ਤਰ੍ਹਾਂ ਦੀ ਟਰੱਕ ਡਰਾਈਵਰਸ ਦੀ। ਸੋ ਪਹਿਲਾਂ ਜੋ ਪ੍ਰੋਵਿੰਸ ਨੇ ਜਿੰਨੇ ਵੀ ਜਿੱਥੇ ਜ਼ਿਆਦਾਤਰ ਟਰੱਕ ਡਰਾਈਵਰਸ ਦੀ ਲੋੜ ਪੈਂਦੀ, ਜਿਵੇਂ ਸੈਸਕੈਚੀਵਨ ਹੋ ਗਿਆ, ਵੈਸੇ ਤਾਂ ਸਾਰੇ ਕੈਨੇਡਾ ਦੇ ਵਿੱਚ ਟਰੱਕ ਡਰਾਈਵਰਸ ਦੀ ਲੋੜ ਹੈ, ਖਾਸ ਕਰਕੇ ਸੈਸਕੈਚੀਵਨ, ontario, BC। ਸੋ ਆਪਣਾ ਜੋ ਐਟਲਾਂਟਿਕ ਪ੍ਰੋਵਿੰਸ ਹੈਗੇ ਨੇ ਜਿਵੇਂ ਨਿਊ ਬ੍ਰਾਂਸਵਿਕ ਹੋ ਗਿਆ, ਪ੍ਰਿੰਸ ਐਡਵਰਡ ਆਈਲੈਂਡ, ਇਹ ਸਾਰੇ ਜੋ ਪਲੇਸ ਹੈ। ਐਂਡ ਆਲਸੋ ਹੈਵ ਯੋਰ ਮੈਨੀਟੋਬਾ ਪ੍ਰੋਵਿੰਸ। ਸੋ ਇਹਨਾਂ ਦੇ ਵਿੱਚ ਜੋ ਟਰੱਕ ਡਰਾਈਵਰ ਸੀ ਕਾਫੀ ਜ਼ਿਆਦਾ ਲੋਡ ਪੈਂਦੀ ਹੈ। ਸੋ ਸੈਸਕੈਚੀਵਨ 'ਚ ਤਾਂ ਔਨ ਡਿਮਾਂਡ 'ਚ ਵੀ ਟਰੱਕ ਡਰਾਈਵਰਸ ਹਮੇਸ਼ਾ ਰਹਿੰਦੇ ਨੇ। ਸਿਮਿਲਰਲੀ ontario ਦੇ ਵਿੱਚ ਵੀ ਔਨ ਡਿਮਾਂਡ 'ਚ ਰਹਿੰਦੇ ਨੇ। ਦੈਨ ਜੋ ਨਿਊ ਬ੍ਰਾਂਸਵਿਕ ਹੈ ਜਾਂ ਅਟਲਾਂਟਿਕ ਪ੍ਰੋਵਿੰਸਸ ਹੈ ਉਹਦੇ ਉੱਥੇ ਦਾ ਖਾਸ ਕਰਕੇ ਕਾਫੀ ਜ਼ਿਆਦਾ ਡਿਮਾਂਡ ਹੁੰਦੀ ਹੈ ਟਰੱਕ ਡਰਾਈਵਰਸ ਦੀ। ਸੋ ਬਟ ਗੱਲ ਉੱਥੇ ਆ ਜਾਂਦੀ ਕਿ ਕੋਈ ਡਾਇਰੈਕਟ ਪ੍ਰੋਗਰਾਮ ਨਹੀਂ ਹੈਗਾ ਜਿਹਦੇ ਵਿੱਚ ਤੁਸੀਂ ਅਪਲਾਈ ਕਰਕੇ ਜਿਹੜਾ ਸਪੈਸੀਫਿਕਲੀ ਟਰੱਕ ਡਰਾਈਵਰਾਂ ਵਾਸਤੇ ਹੋਵੇ ਉਹ ਕਰਕੇ ਤੁਸੀਂ ਅਪਲਾਈ ਕਰ ਸਕਦੇ ਹੋ। ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਡਾਇਰੈਕਟ ਨਹੀਂ ਆ। ਸੋ ਤੁਹਾਡੇ ਕੋਲ ਜੋ ਆਪਸ਼ਨਸ ਹੁੰਦੇ ਨੇ ਜਾਂ ਤਾਂ ਇਹ ਹੁੰਦਾ ਕਿ ਤੁਸੀਂ ਆਪਣੀ ਐਕਸਪ੍ਰੈਸ ਐਂਟਰੀ 'ਚ ਪ੍ਰੋਫਾਈਲ ਪਾਓ, ਹੈ ਨਾ। ਸੋ ਐਕਸਪ੍ਰੈਸ ਐਂਟਰੀ 'ਚ ਪ੍ਰੋਫਾਈਲ ਪਾ ਕੇ ਦੈਨ ਤੁਹਾਡੇ ਕੋਲ ਚਾਂਸ ਹੈ ਕਿ ਜੇ ਤੁਹਾਡੇ ਪੁਆਇੰਟਸ 300 ਸੇ ਜ਼ਿਆਦਾ ਹੋ ਰਹੇ ਨੇ ਜਦੋਂ ਤੁਸੀਂ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਆਪਣੀ ਪਾਉਂਦੇ ਹੋ ਤਾਂ ਤੁਹਾਨੂੰ CRS ਸਕੋਰ ਮਿਲਦਾ ਹੈ। ਸੋ ਤੁਹਾਡਾ ਜੋ ਮਿਨੀਮਮ CRS ਸਕੋਰ ਜਿਹੜਾ 300 ਹੋ ਰਿਹਾ ਹੈ, ਸੋ ਤੁਸੀਂ ਫਿਰ ਮੇਬੀ ਅਲਬਰਟਾ ਦਾ ਜੋ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਹੈ ਉੱਥੋਂ ਉਹ ਬੰਦੇ ਚੱਕਦਾ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਤੋਂ। ਸੋ ਉਹਦੇ ਵਾਸਤੇ ਐਲੀਜੀਬਿਲਿਟੀ ਇਹੀ ਹੁੰਦੀ ਹੈ ਕਿ ਤੁਹਾਡੀ CRS ਸਕੋਰ ਘੱਟ ਤੋਂ ਘੱਟ 300 ਹੋਣੇ ਚਾਹੀਦੇ ਹਨ। ਸੋ ਉਹ ਤੁਹਾਡੀ ਬਣਦੇ ਆ ਅਤੇ ਮੇਬੀ ਤੁਸੀਂ ਜੋ ਐਲਬਰਟਾ ਦਾ ਜੋ ਸਟਰੀਮ ਹੈਗਾ ਉਹਦਾ ਨਾਂ ਕੀ ਆ ਮੈਂ ਤੁਹਾਨੂੰ ਦੱਸ ਦੇਣਾ, ਐਲਬਰਟਾ ਐਕਸਪ੍ਰੈਸ ਐਂਟਰੀ ਸਟਰੀਮ। ਸੋ ਐਲਬਰਟਾ ਐਕਸਪ੍ਰੈਸ ਐਂਟਰੀ ਸਟਰੀਮ ਵਾਲੇ ਸ਼ਾਇਦ ਤੁਹਾਡੀ ਪ੍ਰੋਫਾਈਲ ਚੱਕ ਸਕਦੇ ਨੇ ਜੇ ਉਹਨਾਂ ਨੂੰ ਟਰੱਕ ਡਰਾਈਵਰਸ ਦੀ ਲੋੜ ਹੈ ਜੇ ਤੁਹਾਡੀ ਪ੍ਰੋਫਾਈਲ ਮੈਚ ਕਰਦੀ ਹੈ। ਤਾਂ ਐਕਸਪ੍ਰੈਸ ਐਂਟਰੀ ਇੱਕ ਤਰੀਕਾ ਹੈਗਾ। ਦੂਜੇ ਤਰੀਕੇ ਹੈਗੇ ਨੇ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮਸ ਹੈਗੇ ਨੇ ਜਿਵੇਂ ਨੋਵਾ ਸਕੋਸ਼ੀਆ ਆਕੂਪੇਸ਼ਨ ਇਨ ਡਿਮਾਂਡ ਇੱਕ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਹੈ। ਉਸ ਤਰ੍ਹਾਂ ਹੀ ਤੁਹਾਡਾ ਮੈਨੀਟੋਬਾ ਦੇ ਵਿੱਚ ਹੈਗਾ ਸਕਿਲਡ ਵਰਕਰ ਓਵਰਸੀ ਪ੍ਰੋਗਰਾਮ ਫॉर ਕੈਂਡੀਡੇਟਸ। ਸੋ ਇਸ ਤਰ੍ਹਾਂ ਦੇ ਸੈਸਕੈਚੀਵਨ ਦੇ ਵਿੱਚ ਹੈਗੇ ਨੇ ਜੋ ਸੈਸਕੈਚੀਵਨ ਇੰਟਰਨੈਸ਼ਨਲ ਸਟਰੀਮ ਹੈ ਵਰਕ ਐਕਸਪੀਰੀਅੰਸ, ਜਿਹੜੇ ਜੋ ਸਟਰੀਮ ਹੈਗੀ ਆ ਇੰਟਰਨੈਸ਼ਨਲ ਵਰਕਰਸ ਵਾਸਤੇ, ਉਹਦੇ ਅੰਦਰ ਤੁਸੀਂ ਆਪਣੀ ਪ੍ਰੋਫਾਈਲ ਪਾ ਸਕਦੇ ਹੋ।
ਸੋ ਇਹਦੇ ਉੱਤੇ ਮੈਂ ਡਿਟੇਲ ਵੀਡੀਓ ਬਣਾਵਾਂਗਾ ਜੋ ਅਲੱਗ-ਅਲੱਗ ਸਟਰੀਮਸ ਹੈਗੀਆਂ ਨੇ ਜਿਹਦੇ ਉੱਤੇ ਤੁਸੀਂ ਜਿਹਦੇ ਵਿੱਚ ਤੁਸੀਂ ਆਪਣੀ ਪ੍ਰੋਫਾਈਲ ਪਾ ਸਕਦੇ ਹੋ। ਬਟ ਅੱਜ ਅਸੀਂ ਇੰਪੋਰਟੈਂਟ ਗੱਲ ਸਿਰਫ ਡਾਕੂਮੈਂਟਸ ਦੇ ਉੱਤੇ ਕਰਾਂਗੇ। ਸੋ ਪ੍ਰੋਫਾਈਲ ਆਪਣੀ ਲਾਉਣ ਤੋਂ ਪਹਿਲਾਂ ਐਜ਼ ਅ ਟਰੱਕ ਡਰਾਈਵਰ ਮਿਨੀਮਮ ਜੋ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ, ਐਜੂਕੇਸ਼ਨ, ਜਿੱਥੇ ਤੱਕ ਐਜੂਕੇਸ਼ਨ ਦੀ ਗੱਲ ਹੈ, ਹੋਣੀ ਚਾਹੀਦੀ ਹੈ ਐਟਲੀਸਟ 12th ਪਾਸ ਤੁਹਾਡੀ ਐਜੂਕੇਸ਼ਨ ਹੋਣੀ ਚਾਹੀਦੀ ਹੈ। ਹਾਈ ਸਕੂਲ ਵੀ ਕਹਿੰਦੇ ਆ ਕੈਨੇਡਾ ਦੇ ਵਿੱਚ ਉਹਨੂੰ, ਸੋ ਆਪਣੇ ਇੰਡੀਆ ਤੇ 12th ਪਾਸ ਕਹਿੰਦੇ ਆ। ਸੋ ਉਹ ਹੋਣੀ ਚਾਹੀਦੀ ਹੈ ਮਿਨੀਮਮ ਤੁਹਾਡੇ ਕੋਲ, ਜਾਂ ਫਿਰ ਤੁਹਾਡੇ ਕੋਲ ਹੋਣੀ ਚਾਹੀਦੀ ਹੈ 1 ਸਾਲ ਦਾ ਕਾਲਜ ਦਾ ਕੋਈ ਡਿਪਲੋਮਾ, ਜਾਂ ਫਿਰ ਕੋਈ ਤੁਸੀਂ ਕੋਈ ਟਰੱਕ ਫੀਲਡ ਤੋਂ ਰਿਲੇਟਡ ਕੋਈ ਟੈਕਨੀਕਲ ਸਰਟੀਫਿਕੇਸ਼ਨ ਕੀਤਾ ਹੈ, ਕਾਲਜ ਤੋਂ 1 ਸਾਲ ਦੀ ਪੜ੍ਹਾਈ ਕੀਤੀ ਹੈ ਤੁਸੀਂ ਟਰੱਕਿੰਗ ਦੇ ਵਿੱਚ, ਜਾਂ ਫਿਰ ਕੋਈ ਸਰਟੀਫਿਕੇਸ਼ਨ ਕੀਤਾ ਟੈਕਨੀਕਲ ਟ੍ਰੇਡ ਦੇ ਵਿੱਚ। ਸੋ 1 ਸਾਲ ਦਾ ਕਾਲਜ ਦਾ ਤੁਸੀਂ ਕੀਤਾ, ਸੋ ਉਹ ਮਿਨੀਮਮ ਰਿਕੁਆਇਰਮੈਂਟ ਹੁੰਦੀ ਆ ਐਸ ਫਾਰ ਐਸ ਜਿੱਥੇ ਤੱਕ ਐਜੂਕੇਸ਼ਨ ਕੰਸਰਨ ਹੈ। ਸੋ ਇਹ ਐਜੂਕੇਸ਼ਨ ਨੂੰ ਤੁਸੀਂ ਪ੍ਰੂਵ ਕਰਨ ਲਈ ਤੁਹਾਨੂੰ ਫਿਰ ਲੱਗਦੀ ਹੈ ਇੱਕ ECA ਰਿਪੋਰਟ। ਸੋ ECA ਰਿਪੋਰਟ ਹੁੰਦੀ ਹੈ ਐਜੂਕੇਸ਼ਨ ਕ੍ਰੈਡੈਂਸ਼ੀਅਲ ਅਸੈਸਮੈਂਟ। ਸੋ ਉਹਦੇ ਵਿੱਚ ਇਹ ਦੇਖਦੇ ਹੋ ਤੁਸੀਂ ਇੰਡੀਆ ਦੇ ਵਿੱਚ ਪੜ੍ਹਾਈ ਕੀਤੀ ਹੈ ਉਹਦੀ ਸਿਮਿਲਰ ਪੜ੍ਹਾਈ ਕੈਨੇਡਾ ਦੇ ਵਿੱਚ ਕਿਸ ਲੈਵਲ ਦੀ ਹੈ, ਹੈ ਨਾ। ਜੇ ਤੁਸੀਂ 12th ਪਾਸ ਕੀਤੀ ਹੈ, ਸੋ ਕੈਨੇਡਾ ਦੇ ਵਿੱਚ ਉਹਦੀ ਕੀ ਇਕੁਇਲੈਂਸੀ ਆ, ਮੈਚਿੰਗ ਪੜ੍ਹਾਈ ਕੈਨੇਡਾ ਦੇ ਵਿੱਚ ਕਿਸ ਤਰ੍ਹਾਂ ਦੀ, ਐਟਲੀਸਟ ਘੱਟ ਤੋਂ ਘੱਟ ਉਹ ਹਾਈ ਸਕੂਲ ਤੱਕ ਹੋਣੀ ਚਾਹੀਦੀ ਆ, ਇਹ ਉਹ ਚੈੱਕ ਕਰਦੇ ਨੇ। ਸੋ ECA ਰਿਪੋਰਟ ਜ਼ਰੂਰ ਲੱਗਦੀ ਹੈ ਤੁਹਾਡੀ। ਤੇ ਦੂਜਾ ਸਭ ਤੋਂ ਇੰਪੋਰਟੈਂਟ ਜੋ ਡਾਕੂਮੈਂਟ ਹੈ ਉਹ ਹੈ ਤੁਹਾਡਾ IELTS ਦਾ ਸਕੋਰ। ਸੋ IELTS ਮਿਨੀਮਮ ਕੋਈ ਵੀ ਪ੍ਰੋਵਿੰਸ ਘੱਟ ਤੋਂ ਘੱਟ ਤੁਹਾਡੇ ਜੋ CLB 4 ਹੋਣਾ ਚਾਹੀਦਾ, ਜਾਂ ਫਿਰ ਤੁਹਾਡੇ ਕੋਲ ਅੱਛੇ ਚਾਂਸਸ ਹੋ ਜਾਂਦੇ ਨੇ ਜੇ ਤੁਸੀਂ CLB 5 ਲੈ ਜਾਂਦੇ ਹੋ, ਬੈਂਡ 5 ਬੈਂਡ ਜੇ ਤੁਸੀਂ ਸਾਰਿਆਂ 'ਚ ਲੈ ਜਾਂਦੇ ਹੋ ਤਾਂ ਇਟਸ ਗੁੱਡ। ਦਾ CLB ਜੋ 4 ਹੈਗਾ ਉਹ ਜੋ ਐਟਲਾਂਟਿਕ ਇਮੀਗ੍ਰੇਸ਼ਨ ਨੋਵਾ ਸਕੋਸ਼ੀਆ ਸਕਿਲਡ ਵਰਕਰ ਪ੍ਰੋਗਰਾਮ ਜੋ ਹੈਗਾ ਉਹਦੇ ਵਿੱਚ ਉਹਨਾਂ ਨੂੰ ਜੋ ਮਿਨੀਮਮ ਰਿਕੁਆਇਰਮੈਂਟ ਹੈ ਉਹ CLB 4 ਦੀ ਆ। ਸੋ ਨੋਵਾ ਸਕੋਸ਼ੀਆ ਆਕੂਪੇਸ਼ਨ ਇਨ ਡਿਮਾਂਡ ਦੇ ਵਿੱਚ CLB 4 ਚਾਹੀਦੇ ਹੁੰਦੇ ਆ। ਬਟ ਕੋਸ਼ਿਸ਼ ਕਰੋ ਜੇ ਤੁਸੀਂ IELTS ਅੱਛੀ ਤਰ੍ਹਾਂ ਤਿਆਰੀ ਕਰਕੇ ਘੱਟ ਤੋਂ ਘੱਟ 5 ਬੈਂਡ ਸਾਰਿਆਂ ਦੇ ਵਿੱਚ ਜੇ ਤੁਸੀਂ ਲੈ ਕੇ ਜਾਂਦੇ ਹੋ ਤਾਂ ਤੁਹਾਡੀ ਜੋ ਚਾਂਸਸ ਹੈ ਵੀਜ਼ਾ ਲੱਗਣ ਦੇ ਉਹ ਕਾਫੀ ਵੱਧ ਜਾਂਦੇ ਆ, ਤੇ ਤੁਹਾਡੇ ਪੁਆਇੰਟਸ ਵੀ ਜ਼ਿਆਦਾ ਬਣਦੇ ਆ। ਜਿੰਨੇ ਤੁਸੀਂ ਜ਼ਿਆਦਾ IELTS ਸਕੋਰ ਕਰੋਗੇ ਉਨੇ ਜ਼ਿਆਦਾ ਤੁਹਾਡੇ ਪੁਆਇੰਟ ਬਣਦੇ ਆ। ਸੋ ਇਹ ਦੋ ਤਾਂ ਬਹੁਤ ਇੰਪੋਰਟੈਂਟ ਡਾਕੂਮੈਂਟਸ ਨੇ, ਤੁਹਾਡੇ ਹਾਈ ਸਕੂਲ ਐਜੂਕੇਸ਼ਨ ECA ਰਿਪੋਰਟ ਤੇ ਤੁਹਾਡੀ ਜੋ ਹੈ IELTS ਦਾ ਸਕੋਰ। ਤੀਸਰਾ ਡਾਕੂਮੈਂਟ ਤੁਸੀਂ ਇਕੱਠਾ ਕਰਨਾ ਹੈ ਉਹ ਤੁਹਾਡਾ ਜੋ ਇੰਟਰਨੈਸ਼ਨਲ ਵਰਕ ਐਕਸਪੀਰੀਅੰਸ ਆ। ਸੋ ਜੋ ਟਰੱਕਿੰਗ ਦੇ ਫੀਲਡ ਦੇ ਵਿੱਚ ਤੁਹਾਡਾ ਵਰਕ ਐਕਸਪੀਰੀਅੰਸ ਆ ਉਹਦੇ ਡਾਕੂਮੈਂਟਸ ਤੁਹਾਨੂੰ ਆਪਣੇ ਇੰਪਲੋਇਰ ਤੋਂ ਐਕਸਪੀਰੀਅੰਸ ਸਰਟੀਫਿਕੇਟ ਉਹਨਾਂ ਤੋਂ ਲਿਖਾ ਕੇ ਕਿ ਤੁਸੀਂ ਉਸ ਕੰਪਨੀ ਦੇ ਵਿੱਚ ਇੰਨੇ ਸਾਲ ਤੋਂ ਤੁਸੀਂ ਕੰਮ ਕਰ ਰਹੇ ਹੋ, ਤੁਹਾਡੀ ਕੀ ਰੋਲਸ ਰਿਸਪੌਂਸਿਬਿਲਿਟੀਜ਼ ਆ, ਤੁਹਾਡੀ ਕਿੰਨੀ ਸੈਲਰੀ ਹੈ, ਕਿੰਨੇ ਆਵਰਸ ਤੁਸੀਂ ਮਹੀਨੇ 'ਚ ਕੰਮ ਕਰਦੇ ਹੋ, ਜਾਂ ਵੀਕਲੀ ਤੁਸੀਂ ਕਿੰਨੇ ਆਵਰਸ ਕੰਮ ਕਰਦੇ ਹੋ, ਉਹ ਸਾਰੀ ਚੀਜ਼ਾਂ ਇੱਕ ਐਕਸਪੀਰੀਅੰਸ ਲੈਟਰ ਦੇ ਵਿੱਚ ਤੁਹਾਨੂੰ ਲਿਖ ਕੇ ਆਪਣੇ ਇੰਪਲੋਇਰ ਤੋਂ ਲੈਣੀ ਆ। ਨਾਓ ਜੋ ਜਿਹੜੇ ਮੇਰੇ ਵੀਰ ਇੰਡੀਆ ਦੇ ਵਿੱਚ ਨੇ ਉਹਨਾਂ ਲਈ ਇਹ ਐਡਵਾਈਸ ਹੈ ਕਿ ਤੁਸੀਂ ਜੇ ਕੈਨੇਡਾ ਸੱਚੀ ਤੁਸੀਂ ਆਉਣਾ ਹੈ ਨਾ, ਪੂਰਾ ਤੁਸੀਂ ਆਪਣਾ ਮਨ ਬਣਾ ਲਿਆ, ਤੇ ਸਭ ਤੋਂ ਪਹਿਲਾਂ ਤੁਸੀਂ ਜਾਓ ਦੁਬਈ ਦੇ ਵਿੱਚ ਜਾਂ ਕੋਈ ਵੀ ਇੰਟਰਨੈਸ਼ਨਲ ਕੰਟਰੀ 'ਚ ਜਾਓ। ਮੇਰੀ ਐਡਵਾਈਸ ਆਈ ਹੈ ਤੁਸੀਂ ਮਿਡਲ ਈਸਟ 'ਚ ਕਤਾਰ ਹੋ ਗਿਆ, ਜਿਵੇਂ ਦੁਬਈ ਹੋ ਗਿਆ, ਉੱਥੇ ਜਾਓ ਪਹਿਲਾਂ, ਉੱਥੇ ਜਾ ਕੇ ਐਕਸਪੀਰੀਅੰਸ ਲਵੋ। ਸੋ ਕਿਉਂਕਿ ਹੁੰਦਾ ਕੀ ਹੈ ਜੋ ਇੰਡੀਆ ਦੇ ਡਾਕੂਮੈਂਟਸ ਨੇ ਉਹ ਸਾਰਿਆਂ ਨੂੰ ਪਤਾ ਹੈ, ਵੀਜ਼ਾ ਆਫਿਸਰਸ ਨੂੰ ਵੀ ਪਤਾ ਹੈ, ਫਰਜ਼ੀ ਬਣਾ ਲੈਂਦੇ ਨੇ ਲੋਕ। ਸੋ ਇਸ ਕਰਕੇ ਜੋ ਇੰਡੀਆ ਦੇ ਐਕਸਪੀਰੀਅੰਸ ਲੈਟਰਸ ਦਾ ਵੀ ਜੋ ਡਾਕੂਮੈਂਟੇਸ਼ਨਸ ਹੈਗੇ ਨੇ ਉਹਨਾਂ ਦੇ ਉੱਤੇ ਇੰਨੀ ਜੋ ਵੀਜ਼ਾ ਆਫਿਸਰਸ ਨੇ ਇੰਨਾ ਛੇਤੀ ਵਿਸ਼ਵਾਸ ਨਹੀਂ ਕਰਦੇ, ਕਿਉਂਕਿ ਬਹੁਤ ਸਾਰੇ ਜਿਹੜੇ ਫੇਕ ਡਾਕੂਮੈਂਟਸ ਬਣ ਜਾਂਦੇ ਨੇ ਇੰਡੀਆ ਦੇ ਵਿੱਚ। ਸੋ ਉਹ ਇੱਕ ਪ੍ਰੋਬਲਮ ਹੈਗੀ ਆ ਜਿਹੜੇ ਇੰਡੀਆ 'ਚ ਟਰੱਕ ਡਰਾਈਵਰਸ ਨੇ, ਜੇ ਉਹਨਾਂ ਦੇ ਜੈਨੂਇਨ ਡਾਕੂਮੈਂਟਸ ਵੀ ਨੇ ਬਟ ਚਾਂਸਸ ਇਹੀ ਨੇ ਕਿ ਵੀਜ਼ਾ ਆਫਿਸਰਸ ਉਹਨੂੰ ਰਿਜੈਕਟ ਕਰਦੇ ਨੇ। ਸੋ ਸਭ ਤੋਂ ਪਹਿਲਾਂ ਤੁਸੀਂ ਦੁਬਈ ਜਾਓ, ਉੱਥੇ ਐਕਸਪੀਰੀਅੰਸ ਲਓ। ਸੋ ਉੱਥੋਂ ਦੀ ਜੋ ਕੰਪਨੀ ਹੈ ਉੱਥੋਂ ਤੁਸੀਂ ਆਪਣਾ ਐਕਸਪੀਰੀਅੰਸ ਲੈਟਰ ਲੈ ਕੇ ਸਬਮਿਟ ਕਰੋ। ਸੋ ਐਕਸਪੀਰੀਅੰਸ ਲੈਟਰ ਚਾਹੀਦਾ ਤੁਹਾਨੂੰ ਘੱਟ ਤੋਂ ਘੱਟ 2 ਸਾਲ ਦਾ ਐਕਸਪੀਰੀਅੰਸ ਹੋਏਗਾ ਤਾਂ ਬੈਸਟ ਹੈਗੀ। ਮਿਨੀਮਮ 1 ਈਅਰਸ ਦਾ ਹੁੰਦਾ, ਕਾਫੀ ਪ੍ਰੋਵਿੰਸ ਜਿਵੇਂ ਨੋਵਾ ਸਕੋਸ਼ੀਆ ਹੈਗਾ ਉੱਥੇ 1 ਈਅਰਸ ਦਾ ਐਕਸਪੀਰੀਅੰਸ ਤੁਸੀਂ ਦਿਖਾਉਣਾ ਹੁੰਦਾ, ਬਟ ਮੇਕ ਸ਼ੋਰ ਤੁਸੀਂ 2 ਸਾਲ ਘੱਟ ਤੋਂ ਘੱਟ 2 ਸਾਲ ਦਾ ਦਿਖਾਓ। ਜਿੰਨੇ ਜ਼ਿਆਦਾ ਦਿਖਾਉਂਦੇ ਹੋ ਤੁਸੀਂ ਆਪਣਾ ਐਕਸਪੀਰੀਅੰਸ, ਜਿਵੇਂ ਐਕਸਪ੍ਰੈਸ ਇੰਟਰ ਦੇ ਵਿੱਚ ਤੁਸੀਂ 3 ਸਾਲ ਤੋਂ ਜ਼ਿਆਦਾ ਦਿਖਾਉਂਦੇ ਹੋ ਤਾਂ ਤੁਹਾਨੂੰ ਮੈਕਸੀਮਮ ਪੁਆਇੰਟ ਮਿਲ ਜਾਂਦੇ ਨੇ। ਸੋ ਘੱਟ ਤੋਂ ਘੱਟ 1 ਸਾਲ, ਜ਼ਿਆਦਾ ਤੁਸੀਂ ਜਿੰਨਾ ਮਰਜ਼ੀ ਦਿਖਾਓ, ਹੈ ਨਾ, ਉਹ ਤੁਹਾਡੇ ਐਕਸਪੀਰੀਅੰਸ ਦੇ ਉੱਤੇ ਡਿਪੈਂਡ ਹੈ। ਸੋ ਐਕਸਪੀਰੀਅੰਸ ਲੈਟਰ ਜ਼ਰੂਰ ਲੱਗੂਗਾ ਤੁਹਾਡਾ। 4th ਜੋ ਇੰਪੋਰਟੈਂਟ ਡਾਕੂਮੈਂਟ ਤੁਸੀਂ ਆਪਣੇ ਕੋਲ ਰੈਡੀ ਰੱਖਣਾ ਹੈ ਆਪਣੀ ਪ੍ਰੋਫਾਈਲ ਪਾਉਣ ਤੋਂ ਪਹਿਲਾਂ ਇਜ਼ ਯੋਰ ਸੈਲਰੀ ਸਲਿੱਪ। ਤੋਂ ਜਿੱਥੇ ਵੀ ਤੁਸੀਂ ਕੰਮ ਕਰ ਰਹੇ ਹੋ ਕੰਪਨੀ ਤੋਂ, ਉਹਨਾਂ ਤੋਂ ਤੁਸੀਂ ਜੋ ਤੁਹਾਨੂੰ ਸੈਲਰੀ ਮਿਲ ਰਹੀ ਆ ਉਹਦੀ ਇੱਕ ਸੈਲਰੀ ਸਲਿੱਪ ਆਪਣੇ HR ਤੋਂ ਲੈ ਲੈਣਾ ਜਾਂ ਅਕਾਊਂਟਸ ਡਿਪਾਰਟਮੈਂਟ ਤੋਂ। ਜੇ ਉਹ ਸੈਲਰੀ ਸਲਿੱਪ ਤੁਸੀਂ ਤੁਹਾਨੂੰ ਨਹੀਂ ਦਿੰਦੇ ਤਾਂ ਤੁਸੀਂ ਆਪਣੀ ਜੋ ਅਕਾਊਂਟ 'ਚ ਜੋ ਵੀ ਤੁਹਾਡੀ ਸੈਲਰੀ ਆਉਂਦੀ ਆ ਉਹਦੀ ਸਟੇਟਮੈਂਟ ਤੁਸੀਂ ਜ਼ਰੂਰ ਲਾਣੀ ਹੈ, ਤੇ ਉੱਥੇ ਤੁਸੀਂ ਹਾਈਲਾਈਟ ਕਰ ਦਿਓ ਪੈਨ ਨਾਲ ਕਿ ਇਹ ਮੇਰੀ ਸੈਲਰੀ ਡਿਪੋਜ਼ਿਟ ਇੱਥੇ ਹੋ ਰਹੀ ਆ।
ਤੇ ਉਹ ਤੁਸੀਂ ਦਿਖਾ ਸਕਦੇ ਹੋ ਆਪਣੀ ਸੈਲਰੀ। ਸੋ ਸੈਲਰੀ ਸਲਿੱਪ ਜ਼ਰੂਰ ਲੱਗਦੀ ਆ। ਤੇ ਪੰਜਵਾਂ ਇੰਪੋਰਟੈਂਟ ਡਾਕੂਮੈਂਟਸ ਲੱਗੂਗਾ ਤੁਹਾਡਾ ਟ੍ਰੇਨਿੰਗ। ਸੋ ਤੁਸੀਂ ਜਦੋਂ ਵੀ ਖਾਸ ਕਰਕੇ ਮਿਡਲ ਈਸਟ 'ਚ ਜਾਂਦੇ ਹੋ ਕੋਈ ਕੰਪਨੀ ਦੇ ਵਿੱਚ ਕੰਮ ਕਰਨ ਲਈ, ਤੁਹਾਡੀ ਇੱਕ ਥੋੜੀ ਟ੍ਰੇਨਿੰਗ ਹੁੰਦੀ ਹੈ ਨਾ, ਉੱਥੇ ਜਾ ਕੇ ਤੁਹਾਨੂੰ ਦੱਸਦੇ ਆ ਕਿ ਕੀ ਰੂਟ ਹੈ, ਕਿਸ ਤਰ੍ਹਾਂ ਟਰੱਕ ਦੇ ਫੀਚਰਸ ਨੇ, ਜਾਂ ਜੋ ਵੀ ਟ੍ਰੇਨਿੰਗ ਹੁੰਦੀ ਹੈ ਉੱਥੇ ਟੈਕਨੀਕਲ, ਉਹ ਟ੍ਰੇਨਿੰਗ ਕੰਪਲੀਸ਼ਨ ਸਰਟੀਫਿਕੇਟਸ ਕੰਪਨੀ ਤੋਂ ਜ਼ਰੂਰ ਲੈ ਕੇ ਆਪਣੀ ਪ੍ਰੋਫਾਈਲ ਦੇ ਨਾਲ ਲਗਾਉਣਾ। ਸੋ ਟ੍ਰੇਨਿੰਗ ਕੰਪਲੀਸ਼ਨ ਸਰਟੀਫਿਕੇਟ ਇਜ਼ ਵੈਰੀ ਇੰਪੋਰਟੈਂਟ। ਜੇ ਤੁਸੀਂ ਕੋਈ ਟ੍ਰੇਨਿੰਗ ਕੀਤੀ ਹੈ, ਜੇ ਕੰਪਨੀ ਨੇ ਤੁਹਾਨੂੰ ਕੋਈ ਟ੍ਰੇਨਿੰਗਸ ਦਿੱਤੀਆਂ ਨੇ, ਜਿੰਨੀਆਂ ਵੀ ਜਦੋਂ ਵੀ ਤੁਹਾਡੀ ਕੋਈ ਟ੍ਰੇਨਿੰਗ ਹੁੰਦੀ ਹੈ, ਕੋਈ ਨਿਊ ਟਰੱਕ ਆਇਆ, ਕੋਈ ਨਿਊ ਫੀਚਰਸ ਜਾਂ ਕੋਈ ਟੈਕਨੀਕਲ ਟ੍ਰੇਨਿੰਗ ਤੁਹਾਡੀ ਹੋ ਰਹੀ ਆ, ਸੋ ਮੇਕ ਸ਼ੋਰ ਤੁਸੀਂ ਆਪਣੀ ਕੰਪਨੀ ਤੋਂ ਇੱਕ ਟ੍ਰੇਨਿੰਗ ਸਰਟੀਫਿਕੇਟਸ ਜੇ ਉਹ ਇਸ਼ੂ ਕਰਦੇ ਨੇ ਤਾਂ ਬਹੁਤ ਵਧੀਆ ਗੱਲ ਹੈ। ਜੇ ਨਹੀਂ ਦਿੰਦੇ ਤਾਂ ਤੁਸੀਂ ਪੇਪਰ 'ਚ ਲਿਖ ਕੇ ਆਪ ਹੀ ਉਹਨਾਂ ਨੂੰ ਕਿਹਾ ਕਿ ਮੈਂ ਇਹ ਟ੍ਰੇਨਿੰਗ ਕੀਤੀ ਆ, ਉਹ ਤੁਸੀਂ ਡਾਕੂਮੈਂਟਸ ਵੀ ਆਪਣੇ ਪ੍ਰੀਪੇਅਰ ਕਰਨੇ ਸਟਾਰਟ ਕਰੋ ਜਿੰਨੀ ਵੀ ਤੁਹਾਡੀ ਟ੍ਰੇਨਿੰਗ ਹੈਗੀ ਆ। ਫਿਰ ਦੋ ਇੰਪੋਰਟੈਂਟ ਤਾਂ ਉਹਦੇ ਬਗੈਰ ਤਾਂ ਤੁਹਾਡੀ ਫਾਈਲ ਲੱਗਣੀ, ਉਹ ਹੈਗਾ ਤੁਹਾਡਾ ਟਰੱਕ ਡਰਾਈਵਰ ਦਾ ਲਾਇਸੈਂਸ। ਸੋ ਲਾਇਸੈਂਸ ਦੀ ਕਾਪੀ ਲੱਗੂਗੀ ਤੁਹਾਡੀ ਫਰੰਟ ਐਂਡ ਬੈਕ, ਤੇ ਨਾਲ ਹੀ ਨਾਲ ਤੁਹਾਨੂੰ ਲੱਗੇਗਾ ਤੁਹਾਡਾ ਡਰਾਈਵਰ ਐਬਸਟਰੈਕਟ। ਸੋ ਡਰਾਈਵਰ ਐਬਸਟਰੈਕਟ ਤੁਸੀਂ ਜੋ ਉੱਥੇ ਦੀ ਜੋ ਵੀ ਰੈਗੂਲੇਸ਼ਨ ਹੈ ਉਸ ਕੰਟਰੀ ਦੀ, ਉੱਥੇ ਜਾ ਕੇ ਤੁਸੀਂ ਆਪਣਾ ਡਰਾਈਵਰ ਐਬਸਟਰੈਕਟ ਕਢਾ ਲੈਣਾ। ਉਹਦੇ ਵਿੱਚ ਇਹ ਹੁੰਦਾ ਕਿ ਤੁਸੀਂ ਤੁਹਾਡੀ ਡਰਾਈਵਰ ਦੀ ਹਿਸਟਰੀ ਹੁੰਦੀ ਹੈ, ਤੁਸੀਂ ਕਦੇ ਕੋਈ ਐਕਸੀਡੈਂਟ ਤਾਂ ਨਹੀਂ ਕੀਤਾ, ਤੁਸੀਂ ਕਦੇ ਕੋਈ ਤੁਹਾਡਾ ਚਲਾਨ ਤਾਂ ਨਹੀਂ ਕੱਟਿਆ। ਸੋ ਸਾਰੀ ਇਨਫੋਰਮੇਸ਼ਨ ਡਰਾਈਵਰ ਐਬਸਟਰੈਕਟ ਦੇ ਵਿੱਚ ਹੁੰਦੀ ਹੈ, ਉਹ ਤੁਸੀਂ ਜ਼ਰੂਰ ਲਗਾਉਣਾ ਆਪਣੀ ਫਾਈਲ ਦੇ ਨਾਲ। ਸੋ ਤੇ ਨਾਲ ਹੀ ਤੁਸੀਂ ਲਗਾਉਣਾ ਹੈ ਆਪਣਾ ਪੁਲਿਸ ਕਲੀਅਰੈਂਸ ਸਰਟੀਫਿਕੇਟ। ਸੋ ਅਸੀਂ ਪ੍ਰੋਫਾਈਲ ਪਾਉਣ ਤੋਂ ਪਹਿਲਾਂ ਤੁਹਾਨੂੰ ਲੱਗੇਗਾ ਤੁਹਾਡਾ ਪੁਲਿਸ ਕਲੀਅਰੈਂਸ ਸਰਟੀਫਿਕੇਟ। ਸੋ ਜੇ ਤੁਸੀਂ ਦੁਬਈ ਤੋਂ ਆਪਣੀ ਫਾਈਲ ਲਾ ਰਹੇ ਹੋ ਤਾਂ ਤੁਹਾਨੂੰ ਦੁਬਈ ਦਾ ਵੀ ਪੁਲਿਸ ਕਲੀਅਰੈਂਸ ਸਰਟੀਫਿਕੇਟ ਲੱਗੂਗਾ, ਤੇ ਤੁਹਾਨੂੰ ਲੱਗੂਗਾ ਤੁਹਾਡਾ ਸਰਟੀਫਿਕੇਟ ਫਰੋਮ ਇੰਡੀਆ। ਸੋ ਦੋਨੋਂ ਕੰਟਰੀ ਤੋਂ ਤੁਹਾਨੂੰ ਐਕਸਪੀਰੀਅੰਸ ਲੈਟਰ ਲੱਗੂਗਾ। ਜੇ ਤੁਸੀਂ ਕੋਈ ਵੀ ਕੰਟਰੀ 'ਚ ਬੇਸਿਕਲੀ ਤੁਸੀਂ ਜੇ ਪਿਛਲੇ 10 ਸਾਲਾਂ ਦੇ ਵਿੱਚ ਤੁਸੀਂ ਕੋਈ ਵੀ ਕੰਟਰੀ 'ਚ 6 ਮਹੀਨੇ ਤੋਂ ਜ਼ਿਆਦਾ ਤੁਸੀਂ ਰੁਕੇ ਹੋ, ਸੋ ਉਸ ਕੰਟਰੀ ਦਾ ਤੁਹਾਨੂੰ ਪੁਲਿਸ ਕਲੀਅਰੈਂਸ ਸਰਟੀਫਿਕੇਟ ਲੱਗੂਗਾ। ਜੇ ਤੁਸੀਂ ਇਸ ਵੇਲੇ ਦੁਬਈ 'ਚ ਫਾਈਲ ਲਾ ਰਹੇ ਹੋ ਅਗੇਨ, ਤਾਂ ਤੁਹਾਨੂੰ ਆਪਣਾ ਦੁਬਈ ਦਾ ਜੋ ਵੀਜ਼ਾ ਹੈ ਵਰਕਰ ਦਾ ਜਾਂ ਜੋ ਟਰੱਕ ਡਰਾਈਵਰ ਦਾ ਜੋ ਵੀ ਵੀਜ਼ਾ ਤੁਹਾਨੂੰ ਲੱਗਿਆ, ਤਾਂ ਉਹਦੀ ਕਾਪੀ ਵੀ ਤੁਸੀਂ ਜ਼ਰੂਰ ਲਾਣੀ ਆ। ਸੋ ਇਹ ਸਾਰੇ ਡਾਕੂਮੈਂਟਸ ਜਦੋਂ ਤੁਹਾਡੇ ਕੋਲ ਇਕੱਠੇ ਹੋ ਜਾਣ, ਉਹਦੇ ਬਾਅਦ ਹੀ ਤੁਸੀਂ ਜੋ ਹੈ ਆਪਣੀ ਫਾਈਲ ਲਗਾਣੀ ਹੈ, ਕਿਸੇ ਏਜੰਟ ਨੂੰ ਮਿਲਣਾ ਹੈ। ਸੋ ਏਜੰਟ ਨੂੰ ਉਦੋਂ ਤੱਕ ਨਾ ਮਿਲਿਓ ਜਦੋਂ ਤੱਕ ਤੁਹਾਡੇ ਕੋਲ ਸਾਰੇ ਜੋ ਮੈਂ ਡਾਕੂਮੈਂਟ ਇਸ ਵੀਡੀਓ ਦੇ ਵਿੱਚ ਦੱਸੇ ਨੇ ਉਹ ਤੁਹਾਡੇ ਕੋਲ ਜਦੋਂ ਤੱਕ ਇਕੱਠੇ ਨਹੀਂ ਹੋ ਜਾਂਦੇ। ਸੋ ਇੱਕ ਵਾਰ ਡਾਕੂਮੈਂਟਸ ਇਕੱਠੇ ਹੋ ਗਏ, ਉਹਦੇ ਬਾਅਦ ਹੀ ਤੁਸੀਂ ਜੋ ਹੈ ਆਪਣੀ ਪ੍ਰੋਫਾਈਲ ਅੱਗੇ ਪ੍ਰੋਸੈਸ ਕਰਨੀ ਆ। ਇੱਦਾਂ ਹੀ ਕਈ ਅਸੀਂ ਜੋਸ਼ 'ਚ ਆ ਕੇ ਹੈ ਨਾ, ਐਕਸਾਈਟਮੈਂਟ 'ਚ ਆ ਕੇ ਆਪਣੇ ਏਜੰਟ ਕਰ ਲੈਂਦੇ ਹਾਂ, ਬਟ ਸਾਡੇ ਕੋਲ ਡਾਕੂਮੈਂਟਸ ਪੂਰੇ ਨਹੀਂ ਹੁੰਦੇ। ਮੇਰੀ ਇਹੀ ਐਡਵਾਈਸ ਹੈ ਤੁਹਾਨੂੰ, ਤੁਸੀਂ ਆਪਣੇ ਸਾਰੇ ਡਾਕੂਮੈਂਟਸ ਪਹਿਲੇ ਇਕੱਠਾ ਹੀ ਕਰੋ ਜੋ ਮੈਂ ਇਸ ਵੀਡੀਓ ਦੇ ਵਿੱਚ ਦੱਸਿਆ। ਸੋ ਉਸ ਤੁਸੀਂ ਇਕੱਠੇ ਕਰੋ। ਕਾਫੀ ਮੋਟੇ ਇੰਪੋਰਟੈਂਟ ਡਾਕੂਮੈਂਟਸ ਨੇ ਜਿਹੜੇ ਤੁਹਾਡੇ ਕੋਲ ਹੋਣੇ ਚਾਹੀਦੇ ਆ ਪ੍ਰੋਫਾਈਲ ਪਾਉਣ ਤੋਂ ਪਹਿਲਾਂ। ਆਈ ਹੋਪ ਤੁਹਾਨੂੰ ਕੁਝ ਇਨਫੋਰਮੇਸ਼ਨ ਮਿਲੀ ਹੋਣੀ ਹੈ ਇਸ ਵੀਡੀਓ ਦੇ ਵਿੱਚ, ਜੋ ਇੰਪੋਰਟੈਂਟ ਡਾਕੂਮੈਂਟਸ ਲੱਗਦੇ ਆ ਤੁਹਾਡੀ ਵੀਜ਼ਾ ਪ੍ਰੋਫਾਈਲ ਪਾਉਣ ਤੋਂ ਪਹਿਲਾਂ ਐਜ਼ ਅ ਟਰੱਕ ਡਰਾਈਵਰ। ਸੋ ਹੋਰ ਇੱਕ ਐਡਵਾਈਸ ਐਂਡ ਦੇ ਵਿੱਚ ਇਹੀ ਦਵਾਂਗਾ, ਜੋ ਮੇਰੇ ਇੰਡੀਆ ਦੇ ਵਿੱਚ ਵੀਰ ਨੇ, ਜੇ ਉਹਨਾਂ ਨੇ ਸੱਚੀ ਕੈਨੇਡਾ ਆਉਣਾ ਹੈ, ਸੋ ਪਹਿਲਾਂ ਪਲੀਜ਼ ਤੁਸੀਂ ਆਪਣੇ ਮਿਡਲ ਈਸਟ 'ਚ ਜਾਓ, ਉੱਥੇ ਐਕਸਪੀਰੀਅੰਸ ਲਵੋ, ਉੱਥੋਂ ਦੀ ਫਿਰ ਤੁਸੀਂ ਆਪਣੀ ਪ੍ਰੋਫਾਈਲ ਜੋ ਹੈ ਉਹ ਪ੍ਰੋਸੈਸ ਕਰੋ। ਕੈਨੇਡਾ ਦੇ ਵਿੱਚ ਇਸ ਵੇਲੇ ਮੈਂ ਤੁਹਾਨੂੰ ਦੱਸ ਸਕਦਾ ਟਰੱਕ ਡਰਾਈਵਰਸ ਦੀ ਬਹੁਤ ਜ਼ਿਆਦਾ ਲੋੜ ਹੈ, ਆਉਣ ਵਾਲੇ ਸਮੇਂ 'ਚ ਵੀ ਕਾਫੀ ਜ਼ਿਆਦਾ ਲੋੜ ਪੈਣੀ ਹੈ। ਟਰੱਕ ਡਰਾਈਵਰਸ ਇਸ ਤਰ੍ਹਾਂ ਦੀ ਇੱਕ ਫੀਲਡ ਹੈ ਕੈਨੇਡਾ ਦੇ ਵਿੱਚ ਜੋ ਹਮੇਸ਼ਾ ਡਿਮਾਂਡ ਦੇ ਵਿੱਚ ਰਹਿੰਦੀ ਆ। ਇਹ ਮੇਰੀ 100% ਗਾਰੰਟੀ ਹੈ। ਜੇ ਤੁਹਾਡੇ ਕੋਲ ਸਾਰੇ ਡਾਕੂਮੈਂਟਸ ਨੇ ਨਾ ਜੋ ਮੈਂ ਦੱਸੇ ਨੇ ਇਸ ਪ੍ਰੋਫਾਈਲ ਦੇ ਇਸ ਵੀਡੀਓ ਦੇ ਵਿੱਚ, ਉਹ ਸਾਰੇ ਡਾਕੂਮੈਂਟ ਜੇ ਤੁਹਾਡੇ ਕੋਲ ਹੈਗੇ ਨੇ, ਤੁਸੀਂ ਆਰਾਮ ਨਾਲ ਕੈਨੇਡਾ ਵਿੱਚ ਆ ਸਕਦੇ ਹੋ। ਖਾਸ ਕਰਕੇ ਜੋ ਮੇਰੇ ਮਿਡਲ ਈਸਟ ਵੀਰ ਜੋ ਜੌਬ ਕਰਦੇ ਨੇ, ਉਹ ਆਸਾਨੀ ਨਾਲ ਕੈਨੇਡਾ ਆ ਸਕਦੇ ਨੇ। ਟਾਈਮ ਲੱਗ ਜਾਂਦਾ ਇਹਦੇ ਵਿੱਚ, ਘੱਟ ਤੋਂ ਘੱਟ ਪ੍ਰੋਸੈਸਿੰਗ ਦੇ ਵਿੱਚ ਸਾਲ ਵੀ ਲੱਗ ਜਾਂਦਾ, ਸਾਲ 2 ਸਾਲ, ਸੋ 1 ਸਾਲ, ਕਿਸੇ ਦਾ 3 ਸਾਲ ਵੀ ਲੱਗ ਜਾਂਦੇ ਨੇ ਪੂਰਾ ਫਾਈਲ ਪ੍ਰੋਸੈਸ ਕਰਦੇ। ਸੋ ਕਾਫੀ ਟਾਈਮ ਲੱਗਦਾ ਆ। ਸੋ ਬਟ ਉਹਦੇ ਕਰਕੇ ਤੁਸੀਂ ਆਪਣਾ ਇਹ ਨਾ ਸੋਚੋ ਕਿ ਮੈਂ ਦੁਬਈ ਜਾਵਾਂਗਾ, ਫਿਰ ਉੱਥੇ ਜਾ ਕੇ ਐਕਸਪੀਰੀਅੰਸ ਲਵਾਂਗਾ, ਫਿਰ ਮੈਨੂੰ ਹੋਰ 5-6 ਸਾਲ ਲੱਗ ਜਾਣੇ ਆ। ਦੇਖੋ, ਜੇ ਤੁਸੀਂ ਪੱਕਾ ਕੰਮ ਆਪਣਾ ਕਰਨਾ ਹੈ ਤਾਂ ਟਾਈਮ ਤਾਂ ਜ਼ਰੂਰ ਲੱਗੂਗਾ। ਸੋ ਟਾਈਮ ਤਾਂ ਜ਼ਰੂਰ ਲੱਗਣਾ ਹੈ, ਕਿਉਂਕਿ ਡਾਕੂਮੈਂਟਸ ਜਿਹੜੇ ਨੇ ਉਹ ਤੁਸੀਂ ਜਦ ਤੱਕ ਤੁਹਾਡੇ ਕੋਲ ਪੂਰੇ ਇਕੱਠੇ ਨਹੀਂ ਹੁੰਦੇ ਜੈਨੂਇਨ ਡਾਕੂਮੈਂਟਸ, ਉਦੋਂ ਤੱਕ ਤੁਹਾਡਾ ਕੇਸ ਜੋ ਹੈ ਉਹ ਸਟਰੋਂਗ ਨਹੀਂ ਹੁੰਦਾ। ਸੋ ਇਸ ਕਰਕੇ ਆਪਣੇ ਡਾਕੂਮੈਂਟਸ ਪਹਿਲਾਂ ਪੱਕੇ ਕਰੋ, ਉਹਦੇ ਬਾਅਦ ਤੁਸੀਂ ਅਪਲਾਈ ਕਰੋ ਆਪਣੀ ਪ੍ਰੋਫਾਈਲ। ਏਜੰਟ ਉਦੋਂ ਹੀ ਕਰਨਾ ਜਦੋਂ ਸਾਰੇ ਡਾਕੂਮੈਂਟ ਤੁਹਾਡੇ ਕੋਲ ਇਕੱਠੇ ਹੋ ਜਾਣ। ਸੋ ਏਜੰਟ ਦੀ ਵੀ ਕਾਫੀ ਹੈਲਪ ਹੋ ਜਾਂਦੀ ਹੈ, ਕਿਉਂਕਿ ਉਹਨਾਂ ਨੂੰ ਕਿਸ ਤਰ੍ਹਾਂ ਤੁਹਾਡੀ ਕਿਹੜੇ ਕੌਣ ਸੇ ਜੋ ਪ੍ਰੋਗਰਾਮਸ ਨੇ, ਸਟਰੀਮਸ ਨੇ ਪ੍ਰੋਵਿੰਸ ਦੇ ਅਲੱਗ-ਅਲੱਗ, ਜਿਨ੍ਹਾਂ ਦੇ ਵਿੱਚ ਤੁਸੀਂ ਆਪਣੀ ਫਾਈਲ ਲਾ ਸਕਦੇ ਹੋ, ਉਹ ਐਕਸਪੀਰੀਅੰਸ ਹੁੰਦਾ ਕਾਫੀ ਜੋ ਇਮੀਗ੍ਰੇਸ਼ਨ ਲਾਇਰਸ ਨੇ ਉਹਨਾਂ ਨੂੰ। ਸੋ ਬਟ ਉਹਨਾਂ ਨੂੰ ਪੈਸੇ ਦੇਣ ਤੋਂ ਪਹਿਲਾਂ ਇਹ ਡਾਕੂਮੈਂਟ ਜ਼ਰੂਰ ਇਕੱਠੇ ਕਰ ਲੈਣਾ। ਸੋ ਜੇ ਇਹ ਵੀਡੀਓ ਤੁਹਾਨੂੰ ਪਸੰਦ ਆਇਆ ਤਾਂ ਇਹਨੂੰ ਜ਼ਰੂਰ ਲਾਈਕ ਕਰਨਾ ਨਾ ਭੁੱਲਿਓ, ਸ਼ੇਅਰ ਕਰਨਾ ਨਾ ਭੁੱਲਿਓ। ਅਗਲੇ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਜੋ
ਟਰੱਕ ਡਰਾਈਵਰਸ ਕਿਸ ਤਰ੍ਹਾਂ ਕੈਨੇਡਾ ਦੇ ਜੋ ਕੈਨੇਡਾ ਤੋਂ ਬਾਹਰ ਨੇ ਉਹ ਕਿਸ ਤਰ੍ਹਾਂ ਆਪਣੀ ਜੋ ਜੌਬ ਸਰਚ ਹੈ ਉਹਨਾਂ ਨੂੰ ਕਿਸ ਤਰ੍ਹਾਂ ਕਰਨੀ ਚਾਹੀਦੀ ਆ, ਕੌਣ ਸੇ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮਸ ਹੈ ਜਿਨ੍ਹਾਂ ਦੇ ਵਿੱਚ ਤੁਸੀਂ ਆਪਣੀ ਜੋ ਡਾਕੂਮੈਂਟੇਸ਼ਨ ਜੋ ਆਪਣੀ ਫਾਈਲ ਤੁਸੀਂ ਪਾ ਸਕਦੇ ਹੋ। ਸੋ ਉਹ ਆਪਾਂ ਅਗਲੇ ਵੀਡੀਓ 'ਚ ਗੱਲ ਕਰਾਂਗੇ। ਉਦੋਂ ਤੱਕ ਸਤਿ ਸ਼੍ਰੀ ਅਕਾਲ ਤੇ ਟੇਕ ਕੇਅਰ।